ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ। ਤੁਸੀਂ ਮੇਰੀ ਲਾਸਟ ਵੀਡੀਓ ਦੇਖੀ ਹੋਏਗੀ ਆਇਲਸ ਦੀ, ਜਿਸ ਵਿੱਚ ਮੈਂ ਦੱਸਿਆ ਸੀਗਾ ਕਿ ਮੇਰੇ 8 ਬੈਂਡ ਕਿੱਦਾਂ ਆਏ ਆਇਲਸ ਦੇ। ਅੱਜ ਦੀ ਵੀਡੀਓ 'ਚ ਆਪਾਂ ਇਨ ਡਿਟੇਲ ਗੱਲ ਕਰਾਂਗੇ ਸੈਕਸ਼ਨ ਲਿਸਨਿੰਗ ਤੇ। ਲਿਸਨਿੰਗ ਦੇ ਵਿੱਚ ਮੇਰੇ 9 ਬੈਂਡ ਆਏ ਸੀਗੇ। ਬਹੁਤ ਔਖੀ ਗੱਲ ਨਹੀਂ ਹੈ ਲਿਸਨਿੰਗ 'ਚ 9 ਬੈਂਡ ਲੈਣੇ, ਕੋਈ ਵੀ 9 ਬੈਂਡ ਲੈ ਸਕਦਾ ਹੈ ਅਗਰ ਤੁਸੀਂ ਕੌਨਫੀਡੈਂਟ ਹੋ ਕੇ ਫੋਕਸ ਹੋ ਕੇ ਲਿਸਨਿੰਗ ਦਾ ਟੈਸਟ ਦਿੰਦੇ ਹੋ। ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿਹੜੇ ਟਿਪਸ ਸੀ, ਕਿਹੜੇ ਟ੍ਰਿਕਸ ਸੀ ਜੋ ਮੈਂ ਫੋਲੋ ਕੀਤੇ ਸੀਗੇ 40 ਦੇ 40 ਕੁਐਸਚਨ ਠੀਕ ਕਰਨ ਲਈ। ਸਭ ਤੋਂ ਪਹਿਲੀ ਗੱਲ, ਅਗਰ ਤੁਸੀਂ ਆਇਲਸ ਅਕੈਡਮਿਕ ਦੇ ਰਹੇ ਹੋ ਜਾਂ ਜਨਰਲ ਦੇ ਰਹੇ ਹੋ, ਸਭ ਤੋਂ ਪਹਿਲਾਂ ਤੁਸੀਂ ਫੋਕਸ ਏਮ ਰੱਖਣਾ ਆਪਣਾ ਕਿ ਲਿਸਨਿੰਗ 'ਚ ਤੁਹਾਡੇ ਸਾਰੇ ਕੁਐਸਚਨ ਠੀਕ ਹੋਣੇ ਚਾਹੀਦੇ ਨੇ। ਅਗਰ ਤੁਸੀਂ ਅਕੈਡਮਿਕ ਦੇ ਰਹੇ ਹੋ ਤਾਂ ਤੁਸੀਂ 6 ਜਾਂ 7 ਦਾ ਟਾਰਗੇਟ ਨਹੀਂ ਰੱਖਣਾ, ਤੁਸੀਂ ਐਟਲੀਸਟ ਲਿਸਨਿੰਗ 'ਚ ਤੁਸੀਂ ਕਰ ਸਕਦੇ ਹੋ। ਲਿਸਨਿੰਗ 'ਚ ਤੁਸੀਂ ਏਮ ਰੱਖਣਾ ਕਿ ਮੇਰੇ ਸਾਰੇ ਕੁਐਸਚਨ ਠੀਕ ਹੋਣ, ਤੇ ਕੋਸ਼ਿਸ਼ ਕਰਨੀ ਹੈ ਕਿ ਤੁਸੀਂ 9 ਬੈਂਡ ਦੀ ਕੋਸ਼ਿਸ਼ ਕਰੋਗੇ ਤਾਂ 8 ਜਾਂ 7 ਆਉਂਦੇ, ਰਾਈਟ। ਇੱਕ ਅੱਧਾ ਗਲਤ ਹੋ ਵੀ ਜਾਂਦਾ ਹੁੰਦਾ, ਬਟ ਹੋ ਸਕਦਾ ਤੁਹਾਡੇ 9 ਆਊਟ ਆਫ 9 ਵੀ ਆ ਜਾਣ। ਤਾਂ ਕਰਕੇ ਆਪਾਂ ਏਮ 9 ਦਾ ਰੱਖਣਾ ਹੈ। ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਹੁੰਦਾ ਕਿ ਤੁਸੀਂ 9 ਦਾ ਏਮ ਰੱਖਿਆ ਹੈ, ਕਿਉਂਕਿ ਉਹਦੇ ਨਾਲ ਹੀ ਤੁਹਾਨੂੰ ਕੌਨਫੀਡੈਂਸ ਆਊਗਾ, ਰਾਈਟ। ਨਾਓ ਹੁਣ ਆਪਾਂ ਸਟਾਰਟ ਕਰਦੇ ਹਾਂ। ਲਿਸਨਿੰਗ ਦਾ ਜਿਹੜਾ ਪੇਪਰ ਹੈ ਉਹ ਡਿਜ਼ਾਈਨ ਕਿੱਦਾਂ ਹੁੰਦਾ ਹੈ। ਲਿਸਨਿੰਗ ਦੇ ਵਿੱਚ ਤੁਹਾਡੇ ਕੋਲ 4 ਸੈਕਸ਼ਨਸ ਹੁੰਦੇ ਨੇਗੇ, 40 ਕੁਐਸਚਨ ਆਉਂਦੇ ਨੇ, 40 ਕੁਐਸਚਨ 10 ਕੁਐਸਚਨਸ ਪਰ ਸੈਕਸ਼ਨ ਆਉਂਦੇ ਨੇ। ਪਹਿਲਾ ਜਿਹੜਾ ਸੈਕਸ਼ਨ ਹੁੰਦਾ ਆ ਉਹ ਡਾਇਲੌਗ ਹੁੰਦਾ ਹੈ, 2 ਜਾਣੇ ਹੁੰਦੇ ਨੇ ਉਹਦੇ ਵਿੱਚ। ਉਹ ਸੋਸ਼ਲ ਕੰਟੈਕਸਟ ਤੇ ਹੁੰਦਾ ਆ। ਜਿੱਦਾਂ ਕਿਸੇ ਨੇ ਹੋਟਲ 'ਚ ਰਿਜ਼ਰਵੇਸ਼ਨ ਕਰਨੀ ਹੈ ਤਾਂ ਕੋਈ ਕਾਲ ਕਰੂਗਾ, ਰਿਜ਼ਰਵੇਸ਼ਨ ਕਰੂਗਾ, ਬੁਕਿੰਗ ਨੰਬਰ ਹੋਊਗਾ। ਉਹ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਬੇਸਿਕ ਸੋਸ਼ਲ ਕੰਟੈਕਸਟ ਦੇ ਉੱਤੇ, ਉਹ ਸੈਕਸ਼ਨ 1 'ਚ ਆਉਂਦੀ ਹੈ। ਤੇ ਇਹਦੇ ਵਿੱਚ ਮੇਨਲੀ ਮੋਸਟਲੀ ਜੋ ਹੁੰਦਾ ਆ 2 ਲੋਕੀ ਹੁੰਦੇ ਨੇ ਕਨਵਰਸੇਸ਼ਨ 'ਚ। ਇਹ ਸਭ ਤੋਂ ਈਜ਼ੀ ਸੈਕਸ਼ਨ ਹੁੰਦਾ ਹੈ ਸੈਕਸ਼ਨ 1। ਜਿਹੜਾ ਸੈਕਸ਼ਨ 2 ਹੁੰਦਾ ਹੈ ਇਹ ਮੋਨੋਲੌਗ ਹੁੰਦਾ ਆ। ਮੋਨੋਲੌਗ ਦੇ ਵਿੱਚ ਇੱਕ ਬੰਦਾ ਦੇ ਰਿਹਾ ਹੁੰਦਾ ਹੈ ਲੈਕਚਰ ਟਾਈਪ, ਤੇ ਉਹਦੇ ਵਿੱਚ 10 ਕੁਐਸਚਨ ਹੁੰਦੇ ਨੇ, ਤੇ ਇਹ ਵੀ ਸੋਸ਼ਲ ਕੰਟੈਕਸਟ ਤੇ ਹੁੰਦਾ। ਜਿਹੜਾ ਸੈਕਸ਼ਨ 3 ਹੁੰਦਾ ਆ ਇਹ ਥੋੜਾ ਡਿਫਿਕਲਟ ਹੁੰਦਾ ਹੈ। ਇਹਦੇ ਵਿੱਚ ਅਪ ਟੂ 4 ਪੀਪਲ ਹੁੰਦੇ ਨੇ, ਕੋਈ ਯੂਨੀਵਰਸਿਟੀ ਦਾ ਲੈਕਚਰ ਹੋ ਸਕਦਾ, ਰਾਈਟ। ਇਹ ਅਕੈਡਮਿਕ ਟੌਪਿਕ ਹੁੰਦਾ ਆ, ਇਹ ਥੋੜਾ ਔਖਾ ਹੁੰਦਾ। ਇਹਦੇ ਵਿੱਚ ਤੁਹਾਨੂੰ ਮਲਟੀਪਲ ਚੋਇਸ ਕੁਐਸਚਨਸ ਆ ਜਾਂਦੇ ਨੇ। ਇਦਾਂ ਦੇ ਜਿਹੜੇ ਕੁਐਸਚਨ ਆਉਂਦੇ ਜਿਹੜੇ ਜ਼ਿਆਦਾ ਪ੍ਰੋਬਲਮਸ ਤੁਹਾਨੂੰ ਕ੍ਰੀਏਟ ਕਰਦੇ ਨੇ, ਰਾਈਟ, ਕਿਉਂਕਿ ਔਖੇ ਲੱਗਦੇ ਆ। ਮਲਟੀਪਲ ਚੋਇਸ ਵਾਲੇ ਕੁਐਸਚਨ ਦੇ ਵਿੱਚ ਮੋਸਟਲੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਇਹ 3rd ਸੈਕਸ਼ਨ ਦੇ ਵਿੱਚ ਆਉਂਦੇ ਆ ਮੋਸਟਲੀ। ਜਿਹੜਾ 4th ਸੈਕਸ਼ਨ ਹੁੰਦਾ ਹੈ ਇਹ ਮੈਨੂੰ ਲੱਗਦਾ ਬਹੁਤ ਸਕੋਰਿੰਗ ਹੁੰਦਾ। 4th ਸੈਕਸ਼ਨ ਦੇ ਵਿੱਚ ਅਗੇਨ ਇੱਕ ਮੋਨੋਲੌਗ ਹੁੰਦਾ, ਬਟ ਇਹ ਅਕੈਡਮਿਕ ਕੰਟੈਕਸਟ ਦੇ ਉੱਤੇ ਹੁੰਦਾ ਆ। ਕੋਈ ਕਹਿ ਲਓ ਕਿ ਤੁਸੀਂ ਸਭ ਤੋਂ ਜ਼ਿਆਦਾ ਸਕੋਰਿੰਗ ਹੁੰਦਾ ਇਹਦੇ ਵਿੱਚ, ਜ਼ਿਆਦਾਤਰ ਫਿਲਿਪਸ ਆਉਂਦੀਆਂ ਨੇ। ਤਾਂ ਇਹ 4th ਸੈਕਸ਼ਨ ਦੇ ਵਿੱਚ 10 ਕੁਐਸਚਨਸ ਹੁੰਦੇ ਨੇ। ਹੁਣ ਤੁਹਾਨੂੰ ਫਾਰਮੈਟ ਪਤਾ ਲੱਗ ਗਿਆ ਹੋਊਗਾ ਕਿ ਲਿਸਨਿੰਗ ਦੇ ਵਿੱਚ 40 ਕੁਐਸਚਨਸ ਆਉਂਦੇ ਨੇ, 2 ਸੋਸ਼ਲ ਕੰਟੈਕਸਟ ਤੇ ਆਉਂਦੇ ਨੇ, ਸੈਕਸ਼ਨ 1 ਐਂਡ ਸੈਕਸ਼ਨ 2। ਸੈਕਸ਼ਨ 3 ਐਂਡ 4 ਜਿਹੜਾ ਹੁੰਦਾ ਉਹ ਅਕੈਡਮਿਕ ਤੇ ਆਉਂਦਾ ਹੈ, ਰਾਈਟ। ਟਿਪ ਨੰਬਰ 1 ਇਜ਼ ਤੁਸੀਂ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ, ਤੁਸੀਂ ਸਿਰਫ ਫੋਕਸ ਕਰਨਾ ਆਪਣੇ ਕੁਐਸਚਨਸ ਤੇ ਆਨਸਰਸ ਤੇ। ਜਿੱਦਾਂ ਕਿ ਤੁਹਾਨੂੰ ਕਹਿੰਦੇ ਨੇ ਕਿ ਯੂ ਨਾਓ ਹੈਵ ਫਿਊ ਸੈਕਿੰਡਸ ਟੂ ਰੀਡ ਦ ਕੁਐਸਚਨ ਨੰਬਰ ਫਰਮ 1 to 5। ਤੁਸੀਂ ਧਿਆਨ ਨਾਲ ਸੁਣਨਾ ਜਦੋਂ ਉਹ ਅਨਾਊਂਸਮੈਂਟ ਹੁੰਦੀ ਹੈ ਕਿ ਉਹਨੇ ਕਿਹੜੇ ਕੁਐਸਚਨ ਤੋਂ ਲੈ ਕੇ ਕਿਹੜੇ ਕੁਐਸਚਨ ਤੱਕ ਕਿਹਾ, ਕਿ ਤੁਹਾਨੂੰ ਪਤਾ ਹੋਵੇ ਜਿਹੜੀ ਕਨਵਰਸੇਸ਼ਨ ਹੋਣ ਵਾਲੀ ਆ ਉਹ ਕਿਹੜੇ ਕੁਐਸਚਨਸ ਕਵਰ ਕਰੂਗੀ। ਕਿਉਂਕਿ ਉਹ ਬੋਲਦੇ ਨੇ ਕਿ ਯੂ ਨਾਓ ਹੈਵ ਅ ਟਾਈਮ ਟੂ ਰੀਡ ਫਰਮ ਕੁਐਸਚਨ ਨੰਬਰ ਦਿਸ ਟੂ ਦਿਸ। 1 to 5 ਕਿਹਾ ਤਾਂ ਫਟਾਫਟ 1 to 5 ਸਕਿਮ ਕਰ ਲਓ। ਸਕਿਮ ਕਰੋਗੇ ਤਾਂ ਤੁਹਾਨੂੰ ਕੀਵਰਡਸ ਪਤਾ ਲੱਗ ਜਾਣਗੇ। ਤੁਹਾਨੂੰ ਪਤਾ ਹੋਊਗੀ ਅਗਰ ਉਹਨਾਂ ਨੇ ਲਿਖਿਆ ਹੋਇਆ ਦ ਬਿਲਡਿੰਗ ਵਾਜ਼ ਕੰਸਟਰਕਟਡ ਬਾਏ, ਇਹਦਾ ਮਤਲਬ ਉੱਥੇ ਆਊਗਾ ਬਾਏ ਲੋਕਲ ਕ੍ਰਾਫਟਸਮੈਨ, ਲੋਕਲ ਬਿਲਡਰ, ਰਾਈਟ। ਤਾਂ ਤੁਹਾਨੂੰ ਪਤਾ ਹੋਊਗਾ ਕਿ ਕੁਝ ਵੀ ਇੱਦਾਂ ਦਾ ਕੀਵਰਡ ਆਊਗਾ ਕਿਉਂਕਿ ਬਾਏ ਲਿਖਿਆ ਹੋਇਆ, ਤਾਂ ਤੁਹਾਨੂੰ ਇੱਕ ਹਿੰਟ ਮਿਲ ਜਾਂਦਾ। ਤਾਂ ਇਹ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ ਨੇ। ਇਹਦਾ ਕਈ ਵਾਰੀ ਉਹ ਪੈਰਾਫਰੇਜ਼ ਕਰਕੇ ਬੋਲਦੇ ਨੇ, ਜਿੱਦਾਂ ਕਿ ਦ ਬਿਲਡਿੰਗ ਵਾਜ਼ ਕੰਸਟਰਕਟਡ ਬਾਏ, ਇਹਨੂੰ ਇੱਦਾਂ ਵੀ ਬੋਲ ਸਕਦੇ ਨੇ ਦ ਬਿਲਡਿੰਗ ਵਾਜ਼ ਬਿਲਟ ਬਾਏ, ਰਾਈਟ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਿਲਟ, ਕੰਸਟਰਕਟਡ, ਇਹ ਪੈਰਾਫਰੇਜ਼ ਕਰ ਸਕਦੇ ਨੇ ਉਸ ਚੀਜ਼ ਨੂੰ। ਤਾਂ ਕਰਕੇ ਤੁਸੀਂ ਅਟੈਂਟਿਵਲੀ ਸੁਣਨਾ ਆ ਤੇ ਫਟਾਫਟ ਆਪਣੇ ਆਨਸਰ ਲਿਖਣੇ। ਸੈਕਿੰਡ ਟਿਪ ਆ ਮੇਰਾ ਕਿ ਰਾਈਟ ਇਨ ਕੋਡ ਵਰਡਸ ਔਨ ਯੂਰ ਕੁਐਸਚਨ ਪੇਪਰ, ਕਿਉਂਕਿ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਜਦੋਂ ਉਹ ਬੋਲ ਰਹੇ ਹੁੰਦੇ ਨੇ ਤੁਸੀਂ ਫਟਾਫਟ ਆਨਸਰ ਲਿਖਣੇ ਹੁੰਦੇ ਨੇ। ਮੇਨਲੀ ਜੋ ਮੈਂ ਦੇਖਿਆ ਕਿ ਜੋ ਲਿਸਨਿੰਗ ਦੇ ਵਿੱਚ ਜਿਹੜੇ ਸਟੂਡੈਂਟਸ ਕਰਦੇ ਨੇ ਪ੍ਰੈਕਟਿਸ, ਕਈ ਵਾਰੀ ਉਹ ਲਿਖਣ ਵੇਲੇ ਇੰਨੇ ਸਲੋ ਹੋ ਜਾਂਦੇ ਨੇ ਕਿ ਕਨਵਰਸੇਸ਼ਨ ਤਾਂ ਚੱਲਦੀ ਰਹਿੰਦੀ ਹੈ, ਮਲਟੀਪਲ ਚੋਇਸ ਕੁਐਸਚਨ ਹੋ ਗਏ ਜਾਂ ਕੁਝ ਵੀ ਹੋ ਗਿਆ, ਉਹਨਾਂ ਦੀ ਨੋਟ ਪ੍ਰੀਪੇਅਰਿੰਗ ਜਿਹੜੀ ਉਹ ਹੁੰਦੀ ਹੈਗੀ ਉਹ ਬਹੁਤ ਸਲੋ ਹੁੰਦੀ ਹੈ। ਤਾਂ ਤੁਸੀਂ ਕੋਡ ਵਰਡਸ 'ਚ ਲਿਖਣਾ। ਜਿੱਦਾਂ ਹੀ ਤੁਹਾਨੂੰ ਆਨਸਰ ਮਿਲਿਆ, ਜਿਵੇਂ ਲੋਕਲ ਬਿਲਡਰ ਦਾ ਆਨਸਰ ਮਿਲਿਆ ਤੁਹਾਨੂੰ, ਰਾਈਟ, ਤਾਂ ਲੋਕਲ ਬਿਲਡਰ ਪੂਰਾ ਪਾਉਣ ਦੀ ਤੁਹਾਨੂੰ ਲੋੜ ਨਹੀਂ ਹੈ। ਤੁਸੀਂ ਕੁਐਸਚਨ ਪੇਪਰ 'ਤੇ ਲਿਖੋ ਆਪਣਾ ਆਨਸਰ, ਕਿਉਂਕਿ ਜਿਹੜਾ ਲੋਕਲ ਬਿਲਡਰ ਹੈ ਉਹਨੂੰ ਤੁਸੀਂ LCL ਕਿ ਤੁਹਾਨੂੰ ਸਮਝ ਆ ਜਾਏ, ਰਾਈਟ। ਬਿਲਡਰ ਨੂੰ BLDR ਲਿਖ ਸਕਦੇ ਹੋ ਕਿ ਤੁਸੀਂ ਟਾਈਮ ਵੇਸਟ ਨਾ ਕਰੋ ਉਸ ਟਾਈਮ ਕੁਐਸਚਨ ਦਾ ਆਨਸਰ ਲਿਖਦੇ ਹੋਏ। ਤੇ ਨਾਓ ਅਗੇਨ ਤੁਹਾਨੂੰ ਕੁਐਸਚਨ ਸ਼ੀਟ ਤੇ ਹੀ ਆਪਣੇ ਆਨਸਰ ਲਿਖਣੇ ਆ, ਕਿਉਂਕਿ ਲਾਸਟ 'ਚ ਤੁਹਾਨੂੰ 10 ਮਿੰਟ ਮਿਲਦੇ ਨੇ ਲਿਸਨਿੰਗ ਦੇ ਵਿੱਚ ਐਕਸਟਰਾ, ਕਿ ਤੁਸੀਂ ਆਪਣੇ ਕੁਐਸਚਨਸ ਦੇ ਜਿਹੜੇ ਆਨਸਰਸ ਨੇ ਉਹ ਆਪਣੀ ਆਨਸਰ ਸ਼ੀਟ ਤੇ ਟ੍ਰਾਂਸਫਰ ਕਰ। ਆਈ ਹੋਪ ਇਹ ਵੀਡੀਓ ਤੁਹਾਨੂੰ ਹੈਲਪਫੁਲ ਲੱਗ ਰਹੀ ਹੋਊਗੀ। ਜੇ ਤੁਹਾਨੂੰ ਵੀਡੀਓ ਹੈਲਪਫੁਲ ਲੱਗ ਰਹੀ ਹੈ ਪਲੀਜ਼ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਸ ਸ਼ੀਟ ਦੇ ਉੱਤੇ 75% ਟ੍ਰੈਫਿਕ ਜਿਹੜੀ ਆਉਂਦੀ ਹੈ ਮੇਰੇ ਚੈਨਲ ਤੇ, ਦੇ ਆਰ ਵਾਚਿੰਗ ਮਾਈ ਵੀਡੀਓਜ਼ ਬਟ ਦੇ ਹੈਵਨਟ ਸਬਸਕ੍ਰਾਈਬਡ। ਸੋ ਅਗਰ ਤੁਹਾਨੂੰ ਥੋੜੀ ਜਿਹੀ ਵੀ ਹੈਲਪ ਹੁੰਦੀ ਹੈ ਪਲੀਜ਼ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹਦੇ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ। ਅੱਗੇ ਜਿਹੜਾ ਕੰਟੈਂਟ ਲੈ ਕੇ ਆਉਂਗੀ ਉਹ ਵੀ ਤੁਹਾਡੇ ਲਈ ਹੈਲਪਫੁਲ ਹੋਊਗਾ।
थर्ड टिप हैगा आ कि तुसी बिल्कुल नहीं घबराना जदों कई बार अपना आंसर नहीं आता। कई बार वो कन्वरसेशन करते रहंदे ने तुहानूं लगदा यार आंसर आ ही नहीं, राइट। तो ये आयल्स च हुंदा है, कई बार तुहाडा आंसर बहुत जल्दी आ जाता है क्विकली, मे बी एक सेंटेंस दे विच तुहानूं 2 आंसरस मिल जाण, राइट। द रोड वॉज बिल्ट बाय लोकल बिल्डर इन 1976, तो मे बी तुहाडे फॉर्म दे विच इन 1976 भी तुसीं आंसर लिखना होवे, लोकल बिल्डर भी लिखना होवे, मे बी तुहानूं 2 आंसर एक ही सेंटेंस च मिल गए। ये हुंदा है आयल्स दे विच। कई बारी तुहानूं 1 मिनट तक या फिर वो बोलते रहंदे ने, आंसर ही नहीं आंदा, बट तुसीं उस टाइम नहीं घबराना, क्योंकि तुहाडा रीजन ये है कि तुसीं कीवर्ड्स अंडरलाइन करके रखने हैं। जे अगर तुहानूं कीवर्ड्स पता होणगे, तुहानूं पता होगा कि हले तक इन्हां ने इस बारे गल नहीं कीती, तो तुसीं कूल रहना, इंपेशेंट नहीं होना उस टाइम ते। जिद्दां ही उन्होंने कीवर्ड बोलिया उद्दां ही तुसीं आंसर लिखना। नैक्सट जिहड़ी टिप है वो हैगी है, यू हैव टू नो कि उन्होंने एस बोलिया एट द एंड ऑफ द वर्ड या फिर नहीं, राइट। ये तुहानूं पता होना चाहिए। कई बार तुहानूं ग्रामर तो पता लग जाता है, जिद्दां अगर फिल इन द ब्लैंक्स हैगा तो द रोड वॉज कंस्ट्रक्टेड बाय द लोकल्स, द लोकल्स तुहाडा आंसर आ जाएगा, राइट। कई बारी अगर तुसी द लोकल लिखता, एस नहीं लिखिया हैगा, तो तुहाडे नंबर गए, क्योंकि उन्होंने द लोकल्स बोलिया। नाउ इस सेंटेंस दे विच ग्रामैटिकली जे अगर तुसी देखदे हो तो लोकल्स ही आना चाहिए। द रोड वॉज कंस्ट्रक्टेड बाय द लोकल्स, राइट। द लोकल कुछ नहीं बनया, तां करके तुहानूं पता लग जाता कि एस आऊगा। कई बारी इदां हुंदा सेंटेंस दे विच कि तुहानूं ग्रामैटिकली नहीं प्रोवाइड दित्ती जांदी इनफॉर्मेशन, तो तुहानूं ध्यान नाल सुननी पैंदी है कि एस हैगा कि नहीं। जिद्दां पीसेस हो गया या फिर बुक्स हो गया, कॉपीज़ हो गया, राइट। तो तुहानूं देखना पैंदा कि एस हैगा कि नहीं हैगा। अगर तुसी एस नहीं पाते, तुहाडा पूरा क्वेश्चन गलत हो जाता है, तुहानूं कोई मार्क्स नहीं मिलते इस चीज़ के। तां करके ध्यान दो, ध्यान नाल सुनो कि उन्होंने एस बोलिया कि नहीं बोलिया। अगर तो मिस भी हो गया तो तुसी ग्रामैटिकली चैक करो कि उत्थे एस आना चाहिए कि नहीं। नैक्सट टिप है, डोंट ट्रस्ट द आयल्स स्पीकर्स। जिहड़े भी स्पीकर्स आयल्स दे विच बोल रहे होंदे ने उन्होंने ट्रस्ट नहीं करना। क्यों? द रीजन इज, अगर तुसी प्रैक्टिस कर रहे होंगे तुहानूं पता होगा कि दे चेंज द आंसर्स वेरी क्विकली। मान लो कि उन्होंने कहा कि वैन वुड यू लाइक टू मीट मी, राइट। ਜਿਹੜੇ 3-4 मान लो 3-4 जने कॉन्वरसेशन कर रहे हैं, एक जना कहेगा वैन वुड यू लाइक टू मीट मी, दूजा बंदा बोलेगा आई वुड लाइक टू मीट यू एट 8, दूजा कहे ओके 8 इज़ फाइन, फिर कहोगे नो 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 आई एम नॉट फ्री एट 8, लेट्स डू दिस 7:45। सो ਤੁਹਾਨੂੰ पता होना चाहिए कि उन्हें 8 भी बोलिया, वो भी ਤੁਹਾਨੂੰ आंसर च दिता होगा, उन्हें 7:45 भी होगा आंसर दे विच, राइट। तो ये सारी चीज़ें ਤੁਹਾਨੂੰ पता होनी चाहिए कि ਤੁਹਾਨੂੰ कन्फ्यूज़ करते हैं। ऑप्शन ਤੁਹਾਨੂੰ सारी दिते होंगे, मल्टीपल चॉइस च यही होंदा आ। ਤੁਹਾਨੂੰ लगूगा यार 8 बोलिया, तुसीं फटाफट 8 टिक कर देना, आंसर ला देना, बट नहीं, वो आंसर गलत आ। आयल्स दे विच थोड़ी लिसनिंग चैक हो रही है कि तुसीं 7:45 आंसर है, 7:45 भी हुण ਤੁਹਾਨੂੰ पता होना चाहिए। उन्होंने पैराफ्रेज किया उस चीज़ को, तो ਤੁਹਾਨੂੰ पता होना चाहिए 7:45 7:45 है, 7:45 ਇਹਦਾ आंसर आऊगा। वो 8:30 भी बोल सकता, राइट। 8:30 कितना आ 8:30। तो ये सारी चीज़ें तुसीं याद करनी। 8:30 बोलता, 7:45 बोलता, 8 नहीं कुछ भी हो सकता, राइट। ये तो पता ही होना, बट ये चीज़ां तुहानूं पता होनी चाहिए। नैक्सट टिप्स ਜਿਹੜੀ मैं शेयर कर रही हाँ, ये 2 टिप्स ने मल्टीपल चॉइस क्वेश्चनस ਲਈ। मल्टीपल चॉइस क्वेश्चनस ਲਈ ਤੁਸੀਂ प्रिपेयर रहना आ। मोस्टली लोगों को इस प्रॉब्लम आती है, बट मेरा स्ट्रॉन्ग सैक्शन ਸੀਗਾ ਇਹ। क्यों? मैं जो फॉलो करती सी, ਇਹਦੇ ਵਿੱਚ ਤੁਸੀਂ फॉलो करना मैथड ऑफ एलिमिनेशन, क्योंकि वो बहुत क्लीयरली ਜਿਹੜੇ स्पीकर ने 3-4 ਜਣਿਆਂ 'ਚ कन्वरसेशन हो रही ਹੁੰਦੀ है मल्टीपल चॉइस ਦੇ ਵਿੱਚ, राइट। ਤੁਸੀਂ कन्वरसेशन 'ਚ नहीं जाना बिल्कुल भी, ਤੁਸੀਂ अपने क्वेश्चन से आंसर्स ਤੇ फोकस रखना, राइट। कीवर्ड्स ਦੇ ਉੱਤੇ कीवर्ड अंडरलाइन कर ले फटाफट मल्टीपल चॉइस ਦੇ। पहला टिप ਇਹ ਆ। दूजा तुसी की करना आ कि तुसी मैथड ऑफ एलिमिनेशन यूज़ करना। वो बोलते हैं ਜਿਹੜੇ गलत आंसर होंगे ने ना, वो जरूर बोलते हैं कि नो 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 दिस इज़ नॉट लाइक दैट, आई एम नॉट एग्री टू दैट, राइट। वो तुसी क्रॉस करने अपने आंसर शीट ते, जी थोड़ी क्वेश्चन पेपर तुहानूं मिलिया है वो तुसीं क्रॉस करना। अगर तुसीं क्रॉस करते जाओगे, 4 ऑप्शन दित्तियां होईयां ने, तुहानूं 2-3 मिल जांदियां ने जिहड़ियां क्रॉस हुंदियां ने, तो तुहानूं सही वाली भी मिल जाती है। कई बार तुहानूं सही वाली मिल जाती है, तुसीं टिक ला दिंदे हो, बट सब तो ईजी तरीका मल्टीपल चॉइस नूं करन दा क्रॉस नाल मैथड ऑफ एलिमिनेशन। तो ये तुसीं किद्दां कर सकदे हो, क्योंकि बहुत जल्दी बोल रहे होंदे ने, राइट। जो मैं करदी सी, मैं नोट्स बनाती हुंदी सी। जदों मल्टीपल चॉइस क्वेश्चन आ गए, तुसीं फटाफट नोट्स बनाउण लग जाने ने। जिद्दां ही तुसीं नोट्स बनाने हो, तुहानूं आइडिया हो जाता है कि ये वाला क्वेश्चन का इहदा आंसर ये नहीं हैगा, इहदा आंसर ये नहीं हैगा। तुसीं मैथड ऑफ एलिमिनेशन ला सकते हो, तो एंड 'च तुहाडा राइट आंसर ही बचदा। कई बार तुहानूं राइट आंसर स्ट्रेट दिख जाता है, बट दिस इज़ द वे टू डू द मल्टीपल चॉइस क्वेश्चन। नैक्सट जिहड़ा अपना मोस्ट कन्फ्यूजिंग जिहड़ा क्वेश्चन हुंदा, जो मैनूं कन्फ्यूजिंग लगदा सीगा, मैनूं सब तो ज़्यादा प्रॉब्लम आती सीगी सैक्शन जिहड़ा मैप वाला हुंदा सीगा। मैप वाले सैक्शन दे विच बहुत जरूरी है कि तुसीं ध्यान नाल देखो कि तुहाडा स्टार्टिंग पॉइंट कित्थे आ। उत्थे लिखिया हुंदा उन्होंने यू आर हेयर, राइट। तुसीं ध्यान नाल देखो, तो तुसीं ये भी ध्यान नाल देख लो कि स्टार्टिंग जो उन्होंने मैप दिता होया आ कि
ਤੁਹਾਡਾ ਮੈਪ ਹੈ ਐਕਚੁਅਲੀ ਕਿਸ ਚੀਜ਼ ਦਾ, ਪਾਰਕ ਦਾ ਆ, ਲੈਫਟ ਰਾਈਟ ਬਿਹਾਈਂਡ ਇਨ ਫਰੰਟ ਆਫ, ਇਹ ਸਾਰੀ ਵੋਕੈਬਲਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤੇ ਤੁਹਾਨੂੰ ਉੱਥੇ ਉਹਨਾਂ ਨੇ ਨਾ ਨਾਰਥ ਈਸਟ ਵੈਸਟ ਸਾਊਥ ਦਾ ਇੱਕ ਸਿੰਬਲ ਵੀ ਦਿੱਤਾ ਹੁੰਦਾ, ਉਹ ਸਿੰਬਲ ਤੁਸੀਂ ਚੈੱਕ ਕਰ ਲਓ ਕਿ ਉਹਨਾਂ ਨੇ ਕਿਸ ਸਾਈਡ ਨੂੰ ਨਾਰਥ ਕਿਹਾ ਹੋਇਆ, ਈਸਟ ਵੈਸਟ ਤੇ ਸਾਊਥ ਕਿਸ ਤਰਫ ਨੂੰ ਕਿਹਾ ਹੋਇਆ। ਇਹੀ ਚੀਜ਼ਾਂ ਇੰਪੋਰਟੈਂਟ ਨੇ। ਮੇਰਾ ਇਹ ਸੈਕਸ਼ਨ ਸਭ ਤੋਂ ਵੀਕ ਹੁੰਦਾ ਸੀਗਾ ਤੇ ਸਭ ਤੋਂ ਜ਼ਿਆਦਾ ਮੈਨੂੰ ਡਰ ਲੱਗਦਾ ਸੀ ਇਸ ਸੈਕਸ਼ਨ 'ਚ। ਤੇ ਮੈਂ ਪ੍ਰੈਕਟਿਸ ਕਿੱਦਾਂ ਕੀਤੀ ਸੀ, ਜਿੱਦਾਂ ਵੀ ਆਪਾਂ ਲਿਸਨਿੰਗ ਦੀ ਪ੍ਰੈਕਟਿਸ ਕਰਦੇ ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਮਲਟੀਪਲ ਚੋਇਸ ਵੀਕ ਆ ਜਾਂ ਮੇਰਾ ਬਿਲਡਿੰਗ ਮੈਪ ਵਾਲਾ ਸੈਕਸ਼ਨ ਵੀਕ ਆ, ਤਾਂ ਉਸ ਸੈਕਸ਼ਨ 'ਤੇ ਜ਼ਿਆਦਾ ਅਟੈਂਸ਼ਨ ਦਿਓ ਤੇ ਦੇਖੋ ਉਹਦੇ ਟਿਪਸ ਕੀ ਕੀ ਨੇ। ਜਿੱਦਾਂ ਮੈਂ ਤੁਹਾਨੂੰ ਮਲਟੀਪਲ ਦਾ ਟਿਪਸ ਦਿੱਤਾ ਤੇ ਤੁਸੀਂ ਉਹਦੇ 'ਚ ਨੋਟਸ ਬਣਾਉਣੇ ਨੇ, ਰਾਈਟ। ਤਾਂ ਜਿਹੜਾ ਬਿਲਡਿੰਗ ਮੈਪ ਵਾਲੇ ਕੁਐਸਚਨ ਨੇ ਇਹਦਾ ਟਿਪ ਇਹੀ ਹੈ ਕਿ ਤੁਸੀਂ ਅਟੈਂਟਿਵਲੀ ਪਹਿਲਾ ਕੁਐਸਚਨ ਤੋਂ ਹੀ ਡਾਇਰੈਕਸ਼ਨ ਫੜ ਕੇ ਰੱਖਣੀ ਆ। ਨਾਰਥ ਈਸਟ ਵੈਸਟ ਸਾਊਥ ਵਾਲਾ ਸਿੰਬਲ ਤੁਸੀਂ ਦੇਖਣਾ ਕੀ ਆ, ਵੋਕੈਬਲਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ, ਇਨ ਫਰੰਟ ਆਫ, ਲੈਫਟ ਆਫ, ਬਾਈ ਦ ਸਾਈਡ ਆਫ, ਬਿਹਾਈਂਡ, ਇਹ ਸਾਰੀ ਵੋਕੈਬਲਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਮੈਪ ਦੇ ਵਿੱਚ ਯੂਜ਼ ਕਰਦੇ ਨੇ ਉਹ, ਤੇ ਤੁਸੀਂ ਪਹਿਲੇ ਕੁਐਸਚਨ ਤੋਂ ਹੀ ਡਾਇਰੈਕਸ਼ਨ ਫੜ ਕੇ ਰੱਖਣੀ। ਉਹਨੇ ਕਹਿਣਾ ਕਿ ਮੇਨ ਐਂਟਰੈਂਸ ਤੋਂ ਲੈਫਟ ਲੈ ਲਓ, ਲੈਫਟ ਹੈਂਡ ਸਾਈਡ ਤੇ ਇਹ ਹੈ, ਰਾਈਟ ਇਨ ਫਰੰਟ ਆਫ ਦ ਪੌਂਡ ਇਹ ਹੈ, ਜਸਟ ਬਿਸਾਈਡ ਦਿਸ ਬਿਲਡਿੰਗ ਇਹ ਚੀਜ਼ ਹੈ, ਰਾਈਟ। A B C D E F ਇੱਦਾਂ ਕਰਕੇ ਤੁਸੀਂ ਆਪਸ਼ਨਸ ਲਿਖਣੇ ਹੁੰਦੇ ਨੇ। ਇਹ ਤੁਸੀਂ ਧਿਆਨ ਰੱਖਣਾ ਇਸ ਕੁਐਸਚਨ ਦੇ ਵਿੱਚ। ਦੈਟਸ ਦ ਓਨਲੀ ਵੇ ਟੂ ਡੂ ਦਿਸ ਕੁਐਸਚਨ। ਬੀ ਅਟੈਂਟਿਵ, ਡਾਇਰੈਕਸ਼ਨਸ ਰੱਖੋ, ਵੋਕੈਬਲਰੀ ਯਾਦ ਰੱਖੋ ਤੇ ਪਹਿਲੇ ਕੁਐਸਚਨ ਤੋਂ ਹੀ ਫੋਲੋ ਕਰਦੇ ਜਾਓ ਜਿੱਦਾਂ ਜਿੱਦਾਂ ਉਹ ਬੋਲ ਰਹੇ ਨੇ। ਅਗਰ ਤੁਸੀਂ ਪਹਿਲੇ ਕੁਐਸਚਨ ਤੋਂ ਮਿਸ ਕਰਤਾ ਤਾਂ ਤੁਹਾਡੇ ਸਾਰੇ ਦੇ ਸਾਰੇ ਕੁਐਸਚਨ ਗਲਤ ਹੁੰਦੇ ਨੇ। ਇਸ ਲਈ ਇਹ ਕੁਐਸਚਨ ਦੇ ਵਿੱਚ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਅਗਰ ਤੁਸੀਂ ਪਹਿਲੀ ਡਾਇਰੈਕਸ਼ਨ ਛੱਡਤੀ ਨਾ ਤਾਂ ਅਗਲੇ ਕੁਐਸਚਨਸ ਵੀ ਗਲਤ ਹੁੰਦੇ ਨੇ। ਨੈਕਸਟ ਟਿਪ ਆ ਕਿ ਤੁਸੀਂ ਸਾਰੇ ਆਨਸਰ ਕੈਪੀਟਲ ਲੈਟਰ 'ਚ ਲਿਖਣੇ ਨੇ। ਬਹੁਤ ਜ਼ਿਆਦਾ ਲੋਕੀ ਕਹਿੰਦੇ ਨੇ ਕੈਪੀਟਲ 'ਚ ਲਿਖਣੇ ਨੇ, ਯੈਸ ਕੈਪੀਟਲ 'ਚ ਲਿਖਣੇ ਨੇ, ਬਟ ਰੀਜ਼ਨ ਨਹੀਂ ਕੋਈ ਦੱਸਦਾ ਕਿਉਂ ਲਿਖਣੇ ਆ, ਰਾਈਟ। ਕੈਪੀਟਲ ਲੈਟਰ 'ਚ ਕਿਉਂ ਲਿਖਣੇ ਆ, ਰੀਜ਼ਨ ਇਹਦਾ ਇਹ ਆ ਕਿ ਮੰਨ ਲਓ ਕਿ ਤੁਹਾਨੂੰ ਕੋਈ ਪਲੇਸ ਦਾ ਨਾਮ ਲਿਖਣਾ, ਰਾਈਟ। ਦਿੱਲੀ ਤੁਸੀਂ ਲਿਖਣਾ ਤਾਂ ਡੀ ਤੁਸੀਂ ਵੱਡਾ ਪਾਉਣਾ ਆ। ਅਗਰ ਤੁਸੀਂ ਮੇਰਾ ਨਾਮ ਲਿਖਣਾ ਆ ਸੰਦੀਪ ਕੌਰ ਤਾਂ ਐਸ ਤੁਸੀਂ ਵੱਡਾ ਪਾਉਣਾ ਆ, ਰਾਈਟ। ਅਗਰ ਤੁਸੀਂ ਮਿਸਿਸ ਸਮਿਥ ਲਿਖਣਾ ਆ ਤਾਂ ਮਿਸਿਸ ਦਾ ਐਮ ਵੱਡਾ ਪਾਉਣਾ, ਸਮਿਥ ਦਾ ਐਸ ਵੱਡਾ ਪਾਉਣਾ, ਰਾਈਟ। ਇਹ ਚੀਜ਼ਾਂ ਜੇ ਤੁਸੀਂ ਲਿਖਦੇ ਹੋ ਧਿਆਨ ਨਾਲ ਦੈਨ ਇਟਸ ਗੁੱਡ। ਅਗਰ ਤੁਸੀਂ ਕੋਈ ਸਪੈਲਿੰਗ ਛੋਟਾ ਪਾਤਾ, ਤੁਸੀਂ ਪ੍ਰੋਪਰਲੀ ਨਹੀਂ ਲਿਖਿਆ, ਰਾਈਟ, ਕੈਪੀਟਲ ਜਿੱਥੇ ਆਉਣਾ ਚਾਹੀਦਾ ਉੱਥੇ ਨਹੀਂ ਪਾਇਆ, ਦੈਨ ਤੁਹਾਡੇ ਮਾਰਕਸ ਗਏ। ਕਿ ਸਾਰੇ ਸੁਜੈਸਟ ਕਰਦੇ ਨੇ ਕਿ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਪਾਉਣਾ ਆ, ਇਸ ਲਈ ਮੈਂ ਤੁਹਾਨੂੰ ਸੁਜੈਸਟ ਕਰਦੀ ਹਾਂ ਕਿ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਹੀ ਪਾਉਣਾ ਆ। ਸਾਰੀ ਆਨਸਰ ਸ਼ੀਟ ਦੇ ਜਿਹੜੇ ਤੁਹਾਡੇ ਆਨਸਰ ਪਾਉਣੇ ਆ ਤੁਸੀਂ ਲਿਸਨਿੰਗ ਦੇ ਵਿੱਚ ਸਾਰੇ ਕੈਪੀਟਲ ਲੈਟਰ ਦੇ ਵਿੱਚ ਪਾਓ। ਇਹਦੇ ਪੂਰੇ ਫੁੱਲ ਮਾਰਕਸ ਮਿਲਦੇ ਆ ਤੇ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੁੰਦੀ ਕਿਹੜਾ ਲੈਟਰ ਵੱਡਾ ਪਾਉਣਾ ਕਿਹੜਾ ਛੋਟਾ ਪਾਉਣਾ। ਸੋ ਦੈਟਸ ਦ ਸੇਫੈਸਟ ਵੇ ਟੂ ਗੋ। ਨੈਕਸਟ ਟਿਪ ਆ, ਕੁਐਸਚਨ ਨੂੰ ਧਿਆਨ ਨਾਲ ਪੜ੍ਹੋ। ਕਈ ਵਾਰੀ ਉਹ 'ਤੇ ਲਿਖਿਆ ਹੁੰਦਾ ਨਾਟ ਮੋਰ ਦੈਨ 2 ਵਰਡਸ, ਨਾਟ ਮੋਰ ਦੈਨ 3 ਵਰਡਸ, 1 ਵਰਡ ਓਨਲੀ, ਰਾਈਟ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ, ਕਿਉਂਕਿ ਅਗਰ ਤੁਹਾਨੂੰ ਪਤਾ ਹੋਊਗਾ 2 ਵਰਡਸ ਇੱਥੇ ਆਣੇ ਆ ਤਾਂ ਹੀ ਤੁਸੀਂ ਉੱਥੇ 2 ਵਰਡਸ ਪਾ ਕੇ ਆਓਗੇ। ਅਗਰ ਤੁਸੀਂ 1 ਵਰਡ ਲਿਖਤਾ ਤੁਹਾਡੇ ਆਨਸਰ ਨਹੀਂ, ਉਹ ਬਿਲਕੁਲ ਠੀਕ ਨਹੀਂ ਹੈ ਤੇ ਉਹਨੂੰ 0 ਮਾਰਕਸ ਮਿਲਣੇ ਉਸ ਚੀਜ਼ 'ਚ, ਰਾਈਟ। ਫੋਰ ਐਗਜ਼ਾਮਪਲ ਤੁਸੀਂ ਦੇਖ ਲਓ ਕਿ ਆਈ ਵੈਂਟ ਟੂ ਦ ਮਾਰਕੀਟ, ਰਾਈਟ। ਦ ਮਾਰਕੀਟ, ਆਈ ਵੈਂਟ ਟੂ ਅੱਗੇ ਫਿਲਿਪਸ ਦਿੱਤਾ ਹੋਇਆ, ਦ ਮਾਰਕੀਟ ਉੱਥੇ ਆਨਸਰ ਆਉਣਾ ਚਾਹੀਦਾ। ਜੇ ਤੁਸੀਂ ਇਕੱਲਾ ਆਈ ਵੈਂਟ ਟੂ ਮਾਰਕੀਟ ਲਿਖਤਾ, ਰਾਈਟ, ਗ੍ਰਾਮੈਟਿਕਲੀ ਵੀ ਇਹ ਗਲਤ ਆ ਕਿਉਂਕਿ ਦ ਆਉਣਾ ਚਾਹੀਦਾ ਤੇ ਉਹਨਾਂ ਨੇ ਨਾਟ ਮੋਰ ਦੈਨ 2 ਵਰਡਸ ਵੀ ਲਿਖਿਆ ਹੋਇਆ ਤਾਂ ਉੱਥੇ ਦ ਮਾਰਕੀਟ ਆਊਗਾ। ਅਗਰ ਤੁਸੀਂ ਮਾਰਕੀਟ ਪਾਇਆ ਤਾਂ ਤੁਹਾਡੇ ਨੰਬਰ ਗਏ। ਤੇ ਇੱਕ ਚੀਜ਼ ਤੁਸੀਂ ਹੋਰ ਧਿਆਨ 'ਚ ਰੱਖਣੀ ਹੈ ਕਿ ਕਈ ਵਾਰੀ ਜਿੱਦਾਂ ਫਸਟ ਸੈਕਸ਼ਨ ਹੈ, ਫਸਟ ਸੈਕਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਵੇਅਰ ਸੰਦੀਪ ਵੈਂਟ ਫॉर ਗਰੋਸਰੀਜ਼, ਰਾਈਟ, ਤੇ ਉੱਥੇ ਲਿਖਿਆ ਉਹਨਾਂ ਨੇ ਪਲੇਸ ਡੈਸ਼, ਤਾਂ ਉੱਥੇ ਦ ਮਾਰਕੀਟ ਨਹੀਂ ਆਊਗਾ, ਉੱਥੇ ਪਲੇਸ ਤੇ ਡੈਸ਼ ਪਾਇਆ ਹੋਇਆ ਉਹਨਾਂ ਨੇ। ਉੱਥੇ ਤੁਸੀਂ ਸਿਰਫ 1 ਵਰਡ ਪਾਉਣਾ। ਪਲੇਸ ਕੀ ਸੀਗੀ, ਮਾਰਕੀਟ, ਤੁਸੀਂ ਉੱਥੇ ਸਿਰਫ ਮਾਰਕੀਟ ਲਿਖਣਾ ਆ। ਤਾਂ ਕਰਕੇ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਕਿੱਥੇ ਯੂਜ਼ ਕਰ ਰਹੇ ਹੋ, ਕੀ ਵਰਡਸ ਆਉਣੇ ਚਾਹੀਦੇ ਨੇ। ਦ ਮਾਰਕੀਟ, ਅ ਲੋਕਲ ਸ਼ਾਪ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀ। ਨੈਕਸਟ ਟਿਪ ਆ, ਸਪੈਲਿੰਗਸ ਆਰ ਇੰਪੋਰਟੈਂਟ। ਸਪੈਲਿੰਗਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਜਿੱਦਾਂ ਮੈਂ ਤੁਹਾਨੂੰ ਲਾਸਟ ਜਿਹੜੀ ਵੀਡੀਓ ਸੀ ਉਹ 'ਚ ਦੱਸਿਆ ਸੀਗਾ ਕਿ ਬਿਲੀਵ, ਡਿਸੀਵ, ਇਹ ਇੱਦਾਂ ਦੇ ਸਪੈਲਿੰਗਸ ਜੋ ਮੈਨੂੰ ਕਨਫਿਊਜ਼ ਕਰਦੇ ਸੀ। ਤੁਹਾਡੀ ਆਪਣੀ ਵੋਕੈਬਲਰੀ ਦੇ ਹਿਸਾਬ ਨਾਲ ਤੁਹਾਡਾ ਵੀ ਕੋਈ ਵੀਕ ਸੈਕਸ਼ਨ ਹੋ ਸਕਦਾ ਵੋਕੈਬਲਰੀ 'ਚ, ਰਾਈਟ। ਤਾਂ ਤੁਸੀਂ ਦੇਖੋ ਕਿ ਤੁਹਾਨੂੰ ਸਪੈਲਿੰਗ ਦੇ ਵਿੱਚ ਪ੍ਰੋਬਲਮ ਨਾ ਆਵੇ। ਜਿਵੇਂ ਕਿ ਬਿਊਰੋ ਆ, ਮੈਨੂੰ ਬਿਊਰੋ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀਗੀ। ਬਿਊਰੋ ਲਿਖਣ ਵੇਲੇ ਮੈਨੂੰ ਹੁੰਦਾ ਸੀ EAU ਕਿੱਥੇ ਪਾਉਣਾ, ਰਾਈਟ। ਬਿਊਰੋਕ੍ਰੇਸੀ ਹੋ ਗਿਆ, ਤਾਂ ਇਹ ਸਾਰੀਆਂ ਚੀਜ਼ਾਂ ਨੇ। ਅਕੋਮੋਡੇਸ਼ਨ ਹੋ ਗਿਆ, CC ਆਉਣਾ, M ਆਉਣਾ, ਬਹੁਤ ਜਿਹੇ ਇੱਦਾਂ ਦੇ ਸਪੈਲਿੰਗ ਹੁੰਦੇ ਨੇ। ਤੁਹਾਡਾ ਹੋ ਸਕਦਾ ਕਿ ਕੋਈ ਵੀਕ ਸੈਕਸ਼ਨ ਹੋਵੇ, ਰਾਈਟ। ਤਾਂ ਤੁਸੀਂ ਧਿਆਨ ਰੱਖਣਾ ਕਿ ਸਪੈਲਿੰਗਸ ਤੁਸੀਂ ਧਿਆਨ ਨਾਲ ਚੈੱਕ ਕਰਨੇ ਆ, ਬਾਰ-ਬਾਰ ਚੈੱਕ ਕਰਨੇ ਆ ਆਨਸਰ ਸ਼ੀਟ ਦੇ ਵਿੱਚ ਜੋ ਤੁਸੀਂ ਆਨਸਰ ਲਿਖ ਰਹੇ ਹੋ ਕਿ ਤੁਹਾਡੇ ਪ੍ਰੋਪਰ ਤੁਸੀਂ 100% ਸ਼ੋਰ ਹੋ ਕਿ ਆਨਸਰ ਸਹੀ ਹੈ ਤੁਹਾਡਾ। ਨੈਕਸਟ ਸਟੈਪ ਇਜ਼ ਫੈਮਿਲਰਾਈਜ਼ ਯੋਰਸੈਲਫ ਵਿਦ ਦ ਐਕਸੈਂਟਸ। ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਸਾਰੇ ਐਕਸੈਂਟਸ ਦੇ ਵਿੱਚ ਈਜ਼ੀਲੀ ਤੁਸੀਂ ਅੰਡਰਸਟੈਂਡ ਕਰ ਸਕੋ ਜੋ ਵੀ ਕਨਵਰਸੇਸ਼ਨ ਹੋ ਰਹੀ ਆ, ਵੈਦਰ ਇਟ ਇਜ਼ ਬ੍ਰਿਟਿਸ਼, ਵੈਦਰ ਇਟਸ ਆਸਟ੍ਰੇਲੀਅਨ ਜਾਂ ਫਿਰ ਅਮਰੀਕਨ, ਰਾਈਟ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਣੇ ਆਪ ਨੂੰ ਥੋੜਾ ਫੈਮਿਲਰਾਈਜ਼ ਕਰੋ। ਮੂਵੀਜ਼ ਦੇਖੋ, ਲੋਕੀ ਕਹਿੰਦੇ ਮੂਵੀਜ਼ ਦੇਖੋ, ਬਟ ਮੈਂ ਮੂਵੀਜ਼ ਨਹੀਂ ਦੇਖਦੀ।
अगर तुसी मूवीज़ देख सकते हो, तुहाडे कोल इनफ टाइम आ, दैन मूवीज़ देखो। अगर तुहाडे कोल टाइम नहीं आ, जो मैं करदी सी, मैं अपनी आइल्स की ज़्यादा तैयारी नहीं की सी। लास्ट टाइम जो मैं दिती सी आइल्स, जो मेरे 9 बैंड आए सी, उदों मैं सिर्फ 10-15 दिन बड़ी मुश्किल तैयारी की सी। तो ये मैं सारे प्रैक्टिस पेपर किए सी। कैम्ब्रिज के जिन्ने भी प्रैक्टिस पेपर है ना, बहुत ज़्यादा एक पेपर के 4-4 लिसनिंग के एग्जाम्पल्स होंगे ने, राइट। तो यूट्यूब के उत्ते भी बहुत ज़्यादा लिसनिंग की तुसीं प्रैक्टिस कर सकते हो। अगर तुहाडा कोई सैक्शन वीक आ तो तुसीं उस सैक्शन की प्रॉपर जिद्दां मल्टीपल चॉइस दे ही क्वेश्चन करते रहो। अगर तुहाडा बिल्डिंग्स वाला है तो बिल्डिंग्स दे ही करते रहो, राइट। ये तुसीं वो पर्टिकुलर सैक्शन के भी कर सकते हो। तो पूरी लिसनिंग के भी बहुत ज़्यादा प्रैक्टिस पेपर होंगे, ऑनलाइन भी तुसीं कर सकते हो। पहला उन्होंने खत्म करो, बाद च मूवीज़ ते जाओ। मेरा परसनल सजैशन यही है, क्योंकि बहुत लोग सजैसट करते, बट मैं परसनली यूज़ नहीं किया, तां करके मैं सजैसट नहीं कर रही, क्योंकि मेरे बिना मूवीज़ देखे ही मैं इंप्रूव कर ली, बिना इन्ना ज़्यादा टाइम लाए ही मेरा इंप्रूव हो गया, तो पूरे 40 मार्क्स आ गए, राइट। तां करके तुसी पहला प्रैक्टिस पेपर करो, अपने आप को फैमिलराइज करो तो कॉन्फिडेंट रहो। तो जरूरी नहीं है जो तुहाडे प्रैक्टिस पेपर 40 ਦੇ 40 ठीक नहीं होए तो आंसर शीट जो एक्चुअल च पेपर होगा उदों नहीं होने, क्योंकि प्रैक्टिस पेपर थोड़े टफ होंगे आ। कई बार तुहाडे 40 तो 40 नहीं भी आते है, 35, 36, 30, 31 भी आते हैं, राइट। ਜਿਹੜਾ आंसर ਜਿਹੜਾ ਤੁਹਾਡਾ ਟੈਸਟ ਡੇ ਆ ਉਸ ਦਿਨ ਤੁਸੀਂ ਕਿੰਨੇ ਅਟੈਂਟਿਵ ਹੋ, ਕਨਸੈਂਟਰੇਸ਼ਨ ਤੁਹਾਡੀ ਕਿੱਦਾਂ ਦੀ ਆ, किन्ने तुसी कॉन्फिडेंट हो, फोकस्ड हो, वो थोड़े मार्क्स डिसाइड करते हैं। नैक्सट टिप है, जिद्दां मैं हमेशा ही बोलती हाँ, लास्ट वीडियो च भी तुहानूं दस्सिया सी कि अगर तुसी कोई क्वेश्चन मिस कर दिंदे हो, डोंट वरी, डोंट थिंक अबाउट दैट, मूव ऑन। क्योंकि अगर तुसी मूव ऑन नहीं किया तुहाडे अगले क्वेश्चनस भी मिस हो जाएंगे, तुसी खराब कर दोगे पूरा पेपर, राइट। तां करके कोशिश करनी आ कि तुसी अटेंटिवली सुनो। अगर मिस हो गया डोंट वरी, कैच ऑन करने की कोशिश करो कि तुसी नैक्सट क्वेश्चन तो अपने कर लो एटलीस्ट। सो ये सारियां टिप्स सीगियां। लास्ट बट नॉट द लीस्ट, अपने हैडफोन प्रॉपर देखो कि प्रॉपर चल रहे हैं कि नहीं। जिन्होंने मेरी लास्ट वीडियो देखी होगी उन्होंने पता होगा कि मैंने हैडफोन्स ही नहीं मिले सी कैनेडा दे विच, स्पीकर ते टेस्ट प्ले होया सीगा जो कि बहुत प्रॉब्लमैटिक सीगा। तां करके अपने हैडफोन भी प्रॉपर चैक करो कि तुहानूं अपनी जिहड़ी ओहदी वॉइस आ ओनू प्रॉपर सैट करो, तुहानूं कंफर्टेबल होवे, प्रॉपर उन्हें सैट करो, वो सब तो इंपॉर्टेंट है। लास्ट कॉन्सनट्रेशन, फोकस, अटेंटिव रहना है तो कॉन्फिडेंट रहना है। दैट्स द ओनली थिंग दैट कैन गिव यू 40 आउट ऑफ 40। सो दैट्स इट गाइज, यही सीगे लिसनिंग के टिप्स। जे तुसीं ये सारियां टिप्स फॉलो करते हो तो इट इज़ गारंटीड कि थोड़े वधिया मार्क्स आ जाएंगे लिसनिंग दे विच। प्रैक्टिस करते रहो। अगर तुहानूं कोई भी क्वेश्चन आ, अगर मैं थोड़ी कोई हैल्प कर सकती हाँ तो प्लीज़ कॉमेंट सैक्शन दे विच लिखियो, क्योंकि जी आयल्स की वीडियो है ये मैं किसी के कॉमेंट तो ही बनाई है। उन्होंने रिक्वेस्ट की सीगी कि मैं इस टॉपिक की वीडियो बनावां। अगर तुहानूं लगदा कोई होर टॉपिक है जिस ते मैं थोड़ी हैल्प कर सकती हाँ, अगर मैं खुद भी नहीं कर सकती होंगी तो मैं जो भी उस टॉपिक का एक्सपर्टीज़ बंदा होगा मैं उहदे नाल गल करके थोड़ी हैल्प करने की जरूर कोशिश करूँगी। जे वीडियो वधिया लगी है तो प्लीज़ लाइक कर दो, प्लीज़ सबसक्राइब कर दो। दैट्स इट, मिलते हैं अगली वीडियो दे विच। उदों तक अपना ख्याल रखियो। सत श्री अकाल, टेक केयर, बाय बाय। कॉन्फिडेंट रहना है, दैट्स द ओनली थिंग, दैट्स द ओनली थिंग। सत श्री अकाल सारिਆਂ ਨੂੰ। अगर तुसी ये हैगी है प्लूरल्स के उपर कि तुसी फैमिलराइज होना, कि तुसी अपने आप ਨੂੰ फिल्म नैक्सट बनाउण लग जाने ने, ठीक है ना। कोड वर्ड्स दे विच लिखना है।